ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੂਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਗੁਰ ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜੁਨ ਵਿਘਨ ਕੇ ਨਾਸਕ, ਵਿਘਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋ ਧਰਾ ਧਰ। ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰਾ ਸਤਿਗੁਰੂ। ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਗੁਰ ਕਾ ਸ਼ਬਦ ਕਮਾਏ ਜਿਨ, ਕੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ। ਸਿਰ ਚਰਨਨ ਪਰਤਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਕ ਨਾਈ ਤਿੰਗਾ ਚੱਲ ਆਇਓ, ਸ਼੍ਰੀ ਅੰਗਦ ਪਗ ਸੀਸ ਨਿਵਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਧੰਨ 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 ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਧੰਨ ਧੰਨ ਦਸਾਂ ਪਾਤਸ਼ਾਹੀਆਂ ਦੀ ਜੋਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਜੁੜ ਮਿਲ ਕੇ ਬੈਠੀ ਗੁਰੂ ਕਾ ਖਾਸ ਰੂਪ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਸਮੂਹ ਸਾਧ ਸੰਗਤ ਨੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਭਾਈ ਬਖਸ਼ੀਸ਼ ਸਿੰਘ ਜੀ ਫਰੀਦਕੋਟੀਆਂ ਵਾਲੇ ਜੱਥੇ ਤੋਂ ਸਰਵਣ ਕੀਤੇ ਨੇ। ਚਾਲਾਂਗੇ ਉਠ ਨਾਮ ਜਪ, ਨਿਸਬਾਸੁਰ ਆਰਾਧ। ਕਾਰਹ ਤੁਝੈ ਨ ਵਿਆਪਈ, ਨਾਨਕ ਮਿਟੈ ਉਪਾਦ। ਸੱਚੇ ਪਾਤਸ਼ਾਹ ਮਹਾਰਾਜ ਦਾ ਗੁਰਬਾਣੀ 'ਚੋਂ ਫਰਮਾਨ ਹੈ, ਗੁਰੂ ਕੇ ਸਿੱਖਾ ਤੂੰ ਅੰਮ੍ਰਿਤ ਵੇਲੇ ਤੋਂ ਹੀ ਵਾਹਿਗੁਰੂ 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 ਨਾਮ ਜਪਿਆ ਕਰ, ਤੇ ਦਿਨ ਤੇ ਰਾਤ ਗੁਰੂ ਦੀ ਕੀਰਤੀ ਦੇ ਅੰਦਰ, ਗੁਰੂ ਦੇ ਜਸ ਦੇ ਅੰਦਰ, ਗੁਰੂ ਦੀਆਂ ਕਥਾਵਾਂ, ਗੁਰੂ ਦੇ ਕੀਰਤਨ, ਗੁਰੂ ਦੇ ਪਾਠ ਦੀ ਬਾਣੀ ਦੇ ਅੰਦਰ ਆਪਣਾ ਦਿਨ ਬਤੀਤ ਕਰਿਆ ਕਰ। ਤੈਨੂੰ ਕਿਸੇ ਵੀ ਪ੍ਰਕਾਰ ਦਾ ਝੋਰਾ ਨਹੀਂ ਵਿਆਪੇਗਾ। ਕਾਰਾ ਤੁਝੈ ਨ ਵਿਆਪਈ, ਨਾਨਕ ਮਿਟੈ ਉਪਾਦ। ਤੇਰੇ ਹਿਰਦੇ ਤੋਂ ਆਦਿ ਵਿਆਧੀ ਉਪਾਧੀ ਸਾਰੇ ਹੀ ਰੋਗ ਦੂਰ ਹੋ ਜਾਣਗੇ। ਤੈਨੂੰ ਕੋਈ ਵੀ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜੇ ਤੂੰ ਹਿਰਦੇ ਦੇ ਅੰਦਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਧਿਆਨ ਕਰੇਗਾ। ਤੂੰ ਵਾਹਿਗੁਰੂ ਗੁਰਮੰਤਰ ਦੇ ਨਾਲ ਬਿਰਤੀਆਂ ਜੋੜੇਗਾ, ਗੁਰੂ ਦੀ ਕਥਾ ਸੁਣੇਗਾ, ਗੁਰੂ ਦੀ ਸੰਗਤ ਵਿੱਚ ਬੈਠ ਕੇ ਵਾਹਿਗੁਰੂ 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 ਮੰਤਰ ਜਪੇਗਾ, ਹਰੀ ਦਾ ਜਸ ਸਰਵਣ ਕਰੇਗਾ। ਤੈਨੂੰ ਕਿਸੇ ਵੀ ਗੱਲ ਦੀ ਉਪਾਧੀ ਨਹੀਂ ਵਿਆਪੇਗੀ।
ਕੋਈ ਰੋਗ ਨਹੀਂ ਵਿਆਪੇਗਾ, ਕੋਈ ਮਨ ਤੋਂ ਦੁੱਖ ਨਹੀਂ ਹੋਵੇਗਾ। ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਖੰਡੂਰ ਸਾਹਿਬ ਦੀ ਧਰਤੀ ਦੇ ਉੱਤੇ ਵਿਰਾਜਮਾਨ ਨੇ। ਲੜੀਵਾਰ ਕਥਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਧੰਨ ਭਾਈ ਕਵੀਰਾਜ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਜੋ ਪ੍ਰਸੰਗ ਗੁਰਸਿੱਖ ਚੱਲ ਕੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਕੋਲ ਆਪਣੀ ਬਿਰਥਾ ਸੁਣਾ ਰਹੇ ਨੇ, ਆਪਣੇ ਪ੍ਰਸ਼ਨਾਂ ਦਾ ਹੱਲ ਪੁੱਛ ਰਹੇ ਨੇ। ਉਹ ਪ੍ਰਸ਼ਨ ਸੱਚੇ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਦੇ ਸਰਵਣ ਕਰੀਏ। ਉਹਦੇ ਬਾਅਦ ਜੋ ਗੁਰੂ ਸਾਹਿਬ ਮਹਾਰਾਜ ਉਹਨਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ, ਕਿਰਪਾ ਕਰਦੇ ਨੇ, ਉਹ ਉਪਦੇਸ਼ ਵੀ ਪ੍ਰੇਮ ਦੇ ਨਾਲ ਸਰਵਣ ਕਰੀਏ। ਸਾਰੀ ਸੰਗਤ ਆਪਣੀ ਮਨ ਚਿਤ ਬਿਰਤੀਆਂ ਨੂੰ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ 'ਚ ਲੈ ਚੱਲੋ। ਖੰਡੂਰ ਸਾਹਿਬ ਦੀ ਧਰਤੀ ਦੇ ਉੱਤੇ ਬੜੇ ਪ੍ਰੇਮ ਦੇ ਨਾਲ ਆਖਣਾ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਕ ਨਾਈ ਧਿੰਗਾ ਚੱਲ ਆਇਓ। ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਕੋਲ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਧੰਗਾ ਨਾਈ ਨਾਮ ਦਾ ਗੁਰੂ ਕਾ ਸਿੱਖ ਸੱਚੇ ਪਾਤਸ਼ਾਹ ਕੋਲ ਆਉਂਦਾ ਹੈ। ਸ਼੍ਰੀ ਅੰਗਦ ਪਗ ਸੀਸ ਨਿਵਾਇਓ। ਉਹਦਾ ਨਾਮ ਧਿੰਗਾ ਹੈ ਤੇ ਉਹ ਜਾਤ ਤੋਂ ਨਾਈ ਦਾ ਕੰਮ ਕਰਦਾ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਕੋਲ ਆ ਕੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਮੱਥਾ ਟੇਕਦਾ ਹੈ ਤੇ ਪਾਤਸ਼ਾਹ ਤੋਂ ਆਗਿਆ ਲੈ ਕੇ ਮਹਾਰਾਜ ਦੇ ਮੂਹਰੇ ਬੈਠ ਜਾਂਦਾ ਹੈ। ਬੈਠ ਗਿਓ ਢਿਗ ਸਿੱਖ ਗਨ ਹੇਰੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਸੁਭਾਇਮਾਨ ਸੀ ਗੁਰੂ ਅੰਗਦ ਦੇਵ ਜੀ ਦੇ ਕੋਲ। ਉਹ ਸਿੱਖ ਵੀ ਬੜੇ ਪ੍ਰੇਮ ਦੇ ਨਾਲ ਗੁਰੂ ਦੇ ਉੱਤੇ ਸ਼ਰਧਾ ਰੱਖ ਕੇ ਵਾਹਿਗੁਰੂ 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 ਸ਼ਬਦ ਹਿਰਦੇ 'ਚ ਜਪਦਾ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੰਗਤ ਵਿੱਚ ਬੈਠ ਗਿਆ। ਕਰਹਿ ਪਰਸਪਰ ਸੇਵਕ ਨੇਰੇ। ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਕੋਲ ਸੰਗਤ ਆਉਂਦੀ ਹੈ, ਹਰ ਪ੍ਰਕਾਰ ਦੀ ਸੇਵਾ ਕਰਦੀ ਹੈ, ਲੰਗਰਾਂ ਦੀ, ਦਰਬਾਰ ਦੀ, ਗੁਰਬਾਣੀ ਦੀ, ਹੋਰ ਬੇਅੰਤ ਪ੍ਰਕਾਰ ਦੀਆਂ ਸੇਵਾਵਾਂ ਗੁਰੂ ਘਰ ਸੰਗਤ ਕਰਦੀ ਹੈ। ਭਾਈ ਧਿੰਗਾ ਨਾਈ ਜੀ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਗੁਰੂ ਮਹਾਰਾਜ ਜੀ ਦੀ ਸੇਵਾ ਸੰਗਤ ਦੇ ਨਾਲ ਕਰਦੇ ਨਾਲ ਆਪਣਾ ਵੀ ਜੀ ਜੋੜਦੇ ਨੇ। ਤਿਨ ਮਹਿ ਮਿਲ ਸੇਵਾ ਕਹੋ ਲਾਗਿਓ। ਬਹੁਤ ਪ੍ਰੇਮ ਦੇ ਨਾਲ ਗੁਰੂ ਦੇ ਸੰਗਤ ਦੀ ਸੇਵਾ ਕਰਦੇ ਨੇ, ਪੱਖਾ ਝੱਲਣ ਦੀ, ਗੁਰੂ ਦੇ ਲੰਗਰਾਂ ਨੂੰ ਲੰਗਰ ਵਰਤਾਉਣ ਦੀ, ਲੰਗਰ ਬਣਾਉਣ ਦੀ, ਬੇਅੰਤ ਪ੍ਰਕਾਰ ਦੀਆਂ ਸੇਵਾ ਭਾਈ ਧਿੰਗਾ ਨਾਈ ਜੀ ਖਡੂਰ ਸਾਹਿਬ ਦੀ ਧਰਤੀ ਤੇ ਕਰਦੇ ਨੇ। ਭਲੀ ਜਾਨ ਕਰ ਉਨ ਅਨੁਰਾਗਿਓ। ਬੜੀ ਪ੍ਰੇਮ ਦੇ ਨਾਲ ਗੁਰੂ ਦੀ ਸੇਵਾ ਮੁਕਤੀ ਦੇਣ ਵਾਲੀ ਹੈ। ਗੁਰੂ ਦੀ ਸੇਵਾ ਮੈਨੂੰ ਭਵ ਸਾਗਰ ਤੋਂ ਪਾਰ ਉਤਾਰਨ ਵਾਲੀ ਹੈ। ਪਰਸਪਰ ਮਿਲ ਕੇ ਸੰਗਤ ਦੇ ਨਾਲ ਸੇਵਾ ਕਰਦੇ ਨੇ ਧਿੰਗਾ ਨਾਈ ਜੀ। ਤਪਤ ਨੀਰ ਕਰਵਾਏ ਇਸ਼ਨਾਨ। ਸੰਗਤ ਨੂੰ ਅੰਮ੍ਰਿਤ ਵੇਲੇ ਸਿਆਲਾਂ ਦੇ ਅੰਦਰ ਠੰਡਾ ਜਿਹੜਾ ਜਲ ਹੁੰਦਾ ਹੈ, ਬਹੁਤ ਠੰਡਾ ਜਲ, ਉਹਨੂੰ ਗਰਮ ਕਰਕੇ ਲੱਕੜਾਂ ਦਾ ਬਾਲਣ ਬਾਲ ਕੇ ਜਲ ਗਰਮ ਕਰਕੇ ਸੰਗਤ ਦੇ ਇਸ਼ਨਾਨ ਦੇ ਲਈ, ਗੁਰੂ ਕੇ ਲੰਗਰਾਂ ਦੇ ਲਈ, ਸੰਗਤ ਜਲ ਛਕਣ ਦੇ ਲਈ ਬੜੇ ਪ੍ਰੇਮ ਦੇ ਨਾਲ ਭਾਈ ਧਿੰਗਾ ਨਾਈ ਜੀ ਗਰਮ ਕਰਕੇ ਜਿੱਥੇ ਜਲ ਦੀ ਵਰਤੋਂ ਹੋਣੀ ਹੈ ਉਹ ਜਲ ਸੰਗਤ ਤੱਕ ਪਹੁੰਚਾਉਂਦੇ ਨੇ। ਵਸਤਰ ਪਖਾਰ ਹੈ ਮਲ ਕਰਿਹਾਨ। ਬੜੇ ਪ੍ਰੇਮ ਦੇ ਨਾਲ ਗੁਰੂ ਕੀ ਸੰਗਤਾਂ ਦੇ ਮੈਲੇ ਵਸਤਰ ਵੀ ਧੋਂਦੇ ਨੇ। ਸੇਵਾ ਕਰਦੇ ਸਾਰਾ ਦਿਨ ਕੇਸਰ ਲੱਗ ਜਾਂਦਾ, ਸੇਵਾ ਦੇ ਅੰਦਰ ਦਾਲਾਂ ਭਾਜਾ ਵਸਤਰਾਂ ਤੇ ਲੱਗ ਜਾਂਦਾ ਸੇਵਾ ਕਰਦੇ। ਉਹ ਸੰਗਤ ਦੇ ਵਸਤਰ ਧੋਂਦੇ ਨੇ। ਜਿਹੜੇ ਉਹਨਾਂ ਦੇ ਪਰਿਵਾਰ ਨਾਲ ਆਏ ਨੇ, ਬੱਚੇ ਨੇ, ਬਜ਼ੁਰਗ ਨੇ, ਉਹਨਾਂ ਦੇ ਵਸਤਰ ਧੋਂਦੇ ਨੇ। ਕਿਉਂਕਿ ਸੰਗਤ ਦੇ ਵਸਤਰ ਧੋਣੇ ਦੇ ਨਾਲ ਮਨ ਦੀ ਮੈਲ ਉਤਰਦੀ ਹੈ। ਸਾਡੇ ਮਨ ਤੇ ਜਨਮਾਂ ਜਨਮਾਂਤਰਾਂ ਦੇ ਪਾਪਾਂ ਦੀ ਮੈਲ ਚੜੀ ਹੈ। ਜਦੋਂ ਅਸੀਂ ਸੰਗਤ ਦੇ ਵਸਤਰ ਧੋਨੇ ਆ, ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ, ਸਾਡੀ ਵੀ ਮੈਲ ਉਤਰ ਜਾਂਦੀ ਹੈ ਮਨ ਦੀ। ਚਰਨ ਚਾਪ ਹਾਂਕਤ ਹੈ ਬਾਇਓ। ਬੜੇ ਪ੍ਰੇਮ ਦੇ ਨਾਲ ਸੰਗਤਾਂ ਦੀ ਮੁੱਠੀ ਚਾਪੀ ਕਰਦੇ ਨੇ, ਚਰਨ ਘੁੱਟਦੇ ਨੇ ਭਾਈ ਧਿੰਗਾ ਨਾਈ ਜੀ। ਜੈਸੇ 20 ਬਾਰ ਦਰਸ਼ ਸਾਧ ਕੀਆ ਕਾਹੂ, ਤੈਸਾ ਪੁਨੇ ਗੁਰਸਿੱਖ ਕੋ ਚਾਪ ਪਗ ਸੁਆਏਗਾ। ਕਿਸੇ ਗੁਰਸਿੱਖ ਨੂੰ ਮੁੱਠੀ ਚਾਪੀ ਕਰਦੇ ਨੀਂਦ ਆ ਜਾਵੇ, ਭਾਈ ਗੁਰਦਾਸ ਜੀ ਕਹਿੰਦੇ 20 ਸਾਧੂਆਂ ਦੇ ਦਰਸ਼ਨ ਹੋ ਜਾਂਦੇ ਨੇ। ਐਸੀ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਪਣੇ ਮਾਤਾ ਪਿਤਾ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ।
ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਦਾ ਇੱਕ ਪ੍ਰਸੰਗ ਹੈ। ਇੱਕ ਸ਼ਹਿਜ਼ਾਦਾ ਨਾਮ ਦਾ ਲੜਕਾ ਸੇਵਾ ਕਰਦਾ ਸੀ ਤੇ ਮਹਾਰਾਜ ਨੇ ਦੀਵਾਨ ਦੇ ਸਮਾਪਤੀ ਹੋਣ ਲੱਗੀ ਸੀ। ਮਹਾਰਾਜ ਨੂੰ ਜਲ ਦੀ ਤ੍ਰੇਹ ਲੱਗੀ, ਪਾਣੀ ਦੀ ਪਿਆਸ ਲੱਗੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਕੋਈ ਗੁਰੂ ਕਾ ਸਿੱਖ ਮੈਨੂੰ ਜਲ ਲਿਆ ਕੇ ਦਿਓ। ਉਹ ਬੜਾ ਸੁੰਦਰ ਨੌਜਵਾਨ ਗੱਭਰੂ 6 ਫੁੱਟ ਦਾ, ਬੜੇ ਸੁੰਦਰ ਨੈਣਕਸ਼ ਦੇ, ਉਹ ਮਹਾਰਾਜ ਦੇ ਲਈ ਬੜੇ ਸਤਿਕਾਰ ਦੇ ਨਾਲ ਹਜ਼ੂਰੀਏ ਤੋਂ ਗਲਾਸ ਫੜ ਕੇ ਸਰਬ ਲੋਹ ਦੇ ਬਾਟੇ ਦੇ ਅੰਦਰ ਮਹਾਰਾਜ ਦੇ ਲਈ ਦੋਨੋਂ ਹੱਥਾਂ ਨਾਲ ਜਲ ਅੱਗੇ ਕਰਦਾ। ਜਦੋਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਲ ਭੇਟਾ ਕਰਦਾ, ਮਹਾਰਾਜ ਛਕੋ, ਮੇਰੀ ਸੇਵਾ ਪ੍ਰਵਾਨ ਕਰੋ। ਮਹਾਰਾਜ ਉਹਦੇ ਹੱਥਾਂ ਵੱਲ ਦੇਖਦੇ ਨੇ। ਮਹਾਰਾਜ ਕਹਿੰਦੇ, ਭਾਈ ਸਿੱਖਾ, ਤੇਰੇ ਹੱਥ ਬੜੇ ਕੋਮਲ ਨੇ, ਤੂੰ ਕਦੇ ਕਿਸੇ ਨੂੰ ਜਲ ਨਹੀਂ ਛਕਾਇਆ। ਕਿਹਾ, ਮਹਾਰਾਜ ਘਰ ਨੌਕਰ ਚਾਕਰ ਨੇ, ਅਸੀਂ ਬੜੇ ਧਨਵਾਨ ਆ ਮਹਾਰਾਜ, ਮੈਂ ਕਦੇ ਕਿਸੇ ਨੂੰ ਜਲ ਨਹੀਂ ਛਕਾਇਆ। ਗੁਰੂ ਪਾਤਸ਼ਾਹ ਨੇ ਕਿਹਾ, ਤੂੰ ਆਪਣੇ ਕਦੇ ਮਾਤਾ ਪਿਤਾ ਨੂੰ ਵੀ ਜਲ ਨਹੀਂ ਛਕਾਇਆ। ਕਿਹਾ, ਮਹਾਰਾਜ ਮੈਂ ਕਦੇ ਆਪਣੇ ਮਾਤਾ ਪਿਤਾ ਨੂੰ ਵੀ ਜਲ ਨਹੀਂ ਛਕਾਇਆ। ਮਹਾਰਾਜ ਕਹਿੰਦੇ, ਸਿੱਖਾ, ਫਿਰ ਅਸੀਂ ਤੇਰੇ ਹੱਥ ਦਾ ਜਲ ਨਹੀਂ ਛਕ ਸਕਦੇ। ਜਿਸ ਵਿਅਕਤੀ ਨੇ ਆਪਣੇ ਮਾਂ ਤੇ ਪਿਤਾ ਨੂੰ ਜਲ ਨਹੀਂ ਛਕਾਇਆ, ਉਹ ਗੁਰੂ ਨੂੰ ਜਲ ਛਕਾਉਣ ਦਾ ਅਧਿਕਾਰੀ ਨਹੀਂ। ਅਸੀਂ ਅੱਜ ਸ਼ਰਾਧ ਮਨਾਉਂਦੇ ਹਾਂ। ਕਹਿੰਦੇ ਸ਼ਰਾਧ ਮਨਾਏ ਵੀ ਤਾਂ ਸਫਲੇ ਨੇ ਜੇ ਜੀਂਦਿਆਂ ਮਾਤਾ ਪਿਤਾ ਦੀ ਸੇਵਾ ਕੀਤੀ, ਉਹਨਾਂ ਨੂੰ ਪ੍ਰਸ਼ਾਦਾ ਛਕਾਇਆ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਦੇ ਹੱਥ ਦਾ ਜਲ ਪ੍ਰਵਾਨ ਨਹੀਂ ਕੀਤਾ। ਕਿਹਾ, ਮਹਾਰਾਜ ਮੈਨੂੰ ਕਦੇ ਕਿਸੇ ਦੀ ਸੰਗਤ ਹੀ ਨਹੀਂ ਹੋਈ, ਪਤਾ ਹੀ ਨਹੀਂ ਲੱਗਿਆ ਵੀ ਸੇਵਾ ਦਾ ਇੰਨਾ ਮਹੱਤਵ ਹੈ, ਵੀ ਗੁਰੂ ਵੀ ਤਾਂ ਉਹਦੇ ਹੱਥ ਦਾ ਛਕਦਾ ਹੈ ਜੇ ਉਹਨੇ ਮਾਤਾ ਪਿਤਾ ਦੀ ਸੇਵਾ ਕੀਤੀ ਹੋਵੇ। ਮਹਾਰਾਜ ਕਹਿੰਦੇ, ਤੂੰ ਜਾ ਕਰ, ਆਪਣੇ ਮਾਤਾ ਪਿਤਾ ਦੀ ਸੇਵਾ ਕਰ, ਸਮਾਂ ਬਣਿਆ ਤੇ ਅਸੀਂ ਤੇਰੇ ਹੱਥ ਤੋਂ ਜਲ ਜ਼ਰੂਰ ਛਕਾਂਗੇ। 7-8 ਮਹੀਨੇ ਬਾਅਦ ਉਹ ਆਪਣੇ ਮਾਤਾ ਪਿਤਾ ਦੇ ਨਾਲ ਦਰਬਾਰ 'ਚ ਆਇਆ। ਮਹਾਰਾਜ ਨੂੰ ਬੜੇ ਪ੍ਰੇਮ ਨਾਲ ਜਲ ਛਕਾਇਆ। ਮਹਾਰਾਜ ਨੇ ਜਲ ਛਕਿਆ ਤੇ ਆਪਣੀ ਖੁਸ਼ੀ ਬਖਸ਼ਿਸ਼ ਕੀਤੀ। ਇਸ ਸਾਖੀ ਤੋਂ ਸਿੱਖਿਆ ਮਿਲਦੀ ਹੈ ਬਈ ਜਿਹੜੀ ਸੰਗਤ ਗੁਰੂ ਦੀ ਖੁਸ਼ੀ ਲੈਣਾ ਚਾਹੁੰਦੀ ਹੈ, ਉਹ ਆਪਣੇ ਮਾਤਾ ਪਿਤਾ ਨੂੰ ਜ਼ਰੂਰ ਪ੍ਰਸ਼ਾਦਾ ਜਲ ਆਪਣੇ ਹੱਥ ਨਾਲ ਦਿਆ ਕਰੇ। ਚਾਹੇ ਉਹ ਠੀਕ ਨੇ, ਤਕੜੇ ਨੇ, ਪਰ ਸਾਡੇ ਮਨ ਦੀ ਜਿਹੜੀ ਬਿਰਤੀ ਹੈ ਉਹ ਸੇਵਾ ਭਾਵ ਨਾਲ ਜੁੜਦੀ ਹੈ, ਗੁਰੂ ਦੀ ਖੁਸ਼ੀ ਨਾਲ ਜੁੜਦੀ ਹੈ। ਜਿਹੜਾ ਮਾਤਾ ਪਿਤਾ ਦੀ, ਬਜ਼ੁਰਗਾਂ ਦੀ ਸੇਵਾ ਕਰਦਾ ਹੈ, ਸੰਗਤ ਦੇ ਅੰਦਰ ਲੰਗਰ ਦੀ ਸੇਵਾ ਕਰਦਾ ਹੈ, ਵਰਤਾਉਣ ਦੀ, ਬਣਾਉਣ ਦੀ, ਛਕਾਉਣ ਦੀ, ਉੱਤੇ ਗੁਰੂ ਦੀ ਖੁਸ਼ੀ ਹੁੰਦੀ ਹੈ। ਸੋ ਧਿੰਗਾ ਨਾਈ ਜੀ ਬੜੇ ਪ੍ਰੇਮ ਦੇ ਨਾਲ ਗੁਰੂ ਦੀ ਸੰਗਤ ਦੀ ਸੇਵਾ ਕਰਦੇ ਨੇ। ਬਾਸਨ ਧੋਵੈ ਮਾਂਜ ਬਨਾਇਓ। ਆਹਾ, ਗੁਰੂ ਦੇ ਦਰ ਦੀ ਹੋਰ ਇੱਕ ਉੱਤਮ ਸੇਵਾ ਹੈ ਖਾਲਸਾ ਜੀ, ਉਹ ਹੈ ਭਾਂਡੇ ਮਾਂਜਣ ਦੀ ਸੇਵਾ। ਬਾਸਨ ਕਹਿੰਦੇ ਨੇ ਭਾਂਡਿਆਂ ਨੂੰ, ਭਾਂਡੇ ਬੜੇ ਪ੍ਰੇਮ ਦੇ ਨਾਲ ਮਾਂਜਦੇ ਨੇ। ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੇ ਖੱਬੀ ਤਲੀ ਤੇ ਸੀਸ ਰੱਖ ਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਸ੍ਰੀ ਅੰਮ੍ਰਿਤਸਰ ਸਾਹਿਬ ਭੇਟਾ ਕੀਤਾ ਹੈ, ਉਹ ਇੱਕ ਦਿਨ ਸਰਬ ਲੋਹ ਦੇ ਭਾਂਡੇ ਮਾਂਜ ਰਹੇ ਸੀਗੇ। ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਗੁਰਦੁਆਰਾ ਲਿਖਣਸਰ ਸਾਹਿਬ, ਤੇ ਜਦੋਂ ਭਾਂਡੇ ਮਾਂਜ ਰਹੇ ਸੀ, ਬੜੀ ਧੁੱਪ ਪੈ ਰਹੀ ਸੀ, ਜੇਠ ਹਾੜ ਦੀ, ਜੂਨ ਜੁਲਾਈ ਦੀ ਧੁੱਪ, ਤੇ ਲੋਹੇ ਦਾ ਭਾਂਡਾ ਹੋਰ ਹੀਟ ਅਪ ਹੋ ਜਾਂਦਾ, ਤੇ ਜਦੋਂ ਰੇਤੇ ਦੇ ਨਾਲ ਮਾਂਜ ਰਹੇ ਸੀਗੇ, ਉਹ ਬਿਲਕੁਲ ਚਮਕ ਗਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿੱਛੇ ਆਏ ਤੇ ਪੁੱਛਿਆ, ਦੀਪ ਸਿੰਘ, ਭਾਂਡਾ ਤਾਂ ਬਿਲਕੁਲ ਸਾਫ਼ ਹੋ ਗਿਆ। ਕਿਹਾ, ਮਹਾਰਾਜ ਕਹਿੰਦੇ ਬਈ ਹੁਣ ਕੀ ਕਰਦੇ ਹੋ? ਕਿਹਾ, ਮਹਾਰਾਜ ਭਾਂਡੇ ਦੀ ਚਮਕ ਦੇ ਅੰਦਰ ਹਜੇ ਆਪਣੀ ਸ਼ਕਲ ਦਿਸਦੀ ਹੈ, ਮੈਂ ਚਾਹਨਾ ਕਿ ਇੰਨਾ ਭਾਂਡਾ ਚਮਕ ਜਾਵੇ ਕਿ ਇਸ ਦੇ ਅੰਦਰ ਆਪ ਜੀ ਦਾ ਸਰੂਪ ਦਿਖੇ। ਹਰ ਇੱਕ ਵਸਤੂ ਦੇ ਅੰਦਰ ਮਹਾਰਾਜ ਤੁਹਾਡੇ ਦਰਸ਼ਨ ਹੋਣ। ਸੱਚੇ ਪਾਤਸ਼ਾਹ ਬਹੁਤ ਖੁਸ਼ ਹੋਏ। ਮਹਾਰਾਜ ਕਹਿੰਦੇ, ਦੀਪ ਸਿੰਘ ਜੀ, ਤੁਹਾਡਾ ਨਾਮ ਪੰਥ ਦੇ ਅੰਦਰ ਬਾਬਾ ਦੀਪ ਸਿੰਘ ਜੀ ਦੇ ਨਾਮ ਨਾਲ ਸੁਸ਼ੋਭਿਤ ਹੋਏਗਾ ਤੇ ਤੁਹਾਡੇ ਹਿਰਦੇ ਦੇ ਅੰਦਰ ਅਸੀਂ ਵਸਾਂਗੇ। ਸੋ ਖਾਲਸਾ ਜੀ, ਭਾਈ ਧਿੰਗਾ ਨਾਈ ਜੀ ਵੀ ਉਹੀ ਸੇਵਾ ਨਿਭਾ ਰਹੇ ਨੇ। ਗੁਰੂ ਘਰ ਦੇ ਅੰਦਰ ਇਹ ਸੇਵਾਵਾਂ ਨੇ ਨਾ ਜਿਹੜੀਆਂ, ਉਹ ਹਰ ਵੇਲੇ ਚੱਲ ਰਹੀਆਂ। ਲੰਗਰਾਂ ਦੀ ਸੇਵਾ, ਭਾਂਡਿਆਂ ਦੀ ਸੇਵਾ, ਚਾਦਰਾਂ ਦੀ ਸੇਵਾ, ਉਹ ਅਸੀਂ ਸਾਰੀ ਸੇਵਾ ਕੰਪਲੀਟ ਨਹੀਂ ਕਰ ਸਕਦੇ, ਪਰ ਜਿੰਨਾ ਕੁ ਸਮਾਂ ਅਸੀਂ ਸੇਵਾ ਕਰ ਸਕਦੇ ਹਾਂ ਨਾ, ਉਸ ਟਾਈਮ ਦੇ ਉੱਤੇ ਵਾਹਿਗੁਰੂ ਦਾ ਜਾਪ ਕਰਦੇ ਹੋਏ ਪ੍ਰੇਮ ਨਾਲ ਸੇਵਾ ਕਰੀਏ। ਚਾਹੇ ਇੱਕ ਥਾਲੀ ਕਿਸੇ ਨੂੰ ਫੜਾ ਦਈਏ ਪ੍ਰੇਮ ਨਾਲ, ਉਹ ਥਾਲੀ ਫੜਾਈ ਵੀ ਤੁਹਾਡੇ ਹਿਰਦੇ ਦੇ ਅੰਦਰ ਪਾਪਾਂ ਨੂੰ ਕੱਟ ਦੇਵੇਗੀ। ਸੋ ਗੁਰੂ ਪਾਤਸ਼ਾਹ ਦੀ ਸੇਵਾ ਇੰਨੀ ਪਵਿੱਤਰ ਹੈ।
ਭਾਈ ਧਿੰਗਾ ਨਾਈ ਜੀ ਭਾਂਡੇ ਮਾਂਜਣ ਦੀ ਸੇਵਾ ਕਰਦੇ ਨੇ। ਕਬ ਕਬ ਗੁਰ ਕੀ ਸੇਵਾ ਪਾਏ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਦੇ ਕਦੇ ਸੇਵਾ ਮਿਲਦੀ ਹੈ। ਹੁਣ ਤੁਸੀਂ ਸਾਰੇ ਵੀ ਸੰਗਤ ਦੇ ਚਾਹੇ ਹੋ 7 ਡੇਜ਼ ਤਾਂ ਗੁਰਦੁਆਰੇ ਨਹੀਂ ਕਈ ਆ ਪਾਉਂਦੇ, ਕਈ ਸੱਜਣ ਰੋਜ਼ ਆ ਜਾਂਦੇ ਨੇ, ਪਰ ਜਦੋਂ ਵੀ ਗੁਰਦੁਆਰੇ ਆਈਏ ਕੋਈ ਨਾ ਕੋਈ ਸੇਵਾ ਕਰ ਲਈਏ। ਜੇ ਬਹੁਤ ਕਾਹਲੀ ਚ ਵੀ ਆਣਾ ਤੇ ਕੁਛ ਨਹੀਂ ਤਾਂ ਜੋੜੇ ਘਰ ਦੇ ਅੰਦਰ ਸੰਗਤ ਦੇ ਚਰਨਾਂ ਦੀ ਧੂੜ ਹੀ ਮੱਥੇ ਤੇ ਲਾ ਲਈਏ। ਉਹ ਧੂੜ ਦੇ ਅੰਦਰ ਵੀ ਬੜੀ ਕਰਾਮਾਤ ਹੈ। ਉਹ ਧੂੜ ਵੀ ਸਾਡੇ ਮੱਥੇ ਦੇ ਭੈੜੇ ਲੇਖ ਬਦਲ ਕੇ ਚੰਗੇ ਕਰਮਾਂ 'ਚ ਪਲਟ ਸਕਦੀ ਹੈ। ਮਹਾ ਪ੍ਰੇਮ ਤੇ ਕਰਹਿ ਬਨਾਏ। ਬੜੀ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ। ਖਾਲਸਾ ਜੀ, ਇੱਕ ਵਾਰੀ ਮੈਨੂੰ ਬਚਨ ਯਾਦ ਹੈ ਸੰਤ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਮਹਾਪੁਰਖਾਂ ਦਾ। ਉਹ ਕਹਿੰਦੇ ਸੰਗਤ ਇਕੱਠੀ ਹੋਈ ਸਾਰੀ, ਮੁਕਤਸਰ ਸਾਹਿਬ ਦੀ ਧਰਤੀ ਦੀ ਸੇਵਾ ਚੱਲ ਰਹੀ ਸੀ। ਮੁਕਤਸਰ ਸਾਹਿਬ ਸਾਰੇ ਗੁਰਦੁਆਰਿਆਂ ਦੇ, ਜਿੰਨੇ ਭਾਰਤ ਖੰਡ ਦੇ ਅੰਦਰ, ਪਾਕਿਸਤਾਨ ਹੋਰ ਜਿੰਨੇ ਗੁਰਦੁਆਰੇ ਨੇ, ਸਭ ਤੋਂ ਵੱਡੀ ਪਰਿਕਰਮਾ ਮੁਕਤਸਰ ਸਾਹਿਬ ਦੀ ਹੈ। ਮੁਕਤਸਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 40 ਸਿੰਘ, ਭਾਈ ਮਹਾ ਸਿੰਘ ਇਤਿਆਦ ਸ਼ਹੀਦ ਹੋਏ ਨੇ, ਉੱਥੇ ਮਾਤਾ ਭਾਗੋ ਨੇ ਸੰਸਕਾਰ ਕੀਤਾ, ਅੰਗੀਠਾ ਬਣਿਆ। ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ ਮਹਾਪੁਰਸ਼ ਬ੍ਰਹਮ ਗਿਆਨੀ ਸੇਵਾ ਕਰਾ ਰਹੇ ਸੀ। ਸੰਗਤ ਚੋਂ ਤੁਹਾਡੇ ਵਰਗੇ ਇੱਕ ਪ੍ਰੇਮੀ ਨੇ ਪੁੱਛਿਆ, ਬਾਬਾ ਜੀ ਸਿੱਖ ਕੌਣ ਹੁੰਦਾ? ਵੀ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਆ, ਸਿੱਖ ਕੌਣ ਹੁੰਦਾ? ਹੁਣ ਬਚਨ ਆਇਆ ਨਾ, ਭਾਈ ਸਾਹਿਬ ਨੇ ਪੰਕਤੀ ਪੜ੍ਹੀ ਬਈ ਸੇਵਾ ਜਿਹੜੀ ਆ ਉਹ ਪ੍ਰੇਮ ਨਾਲ ਸਿੱਖ ਕਰਦੇ ਨੇ। ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਨੂੰ ਪੁੱਛਣ ਲੱਗੇ, ਬਾਬਾ ਜੀ ਸਿੱਖ ਕੌਣ ਹੁੰਦਾ? ਬਾਬਾ ਜੀ ਕਹਿੰਦੇ ਤੁਸੀਂ ਗੁਰੂ ਕੇ ਸਿੱਖ ਦੇ ਦਰਸ਼ਨ ਕਰਨੇ ਨੇ, ਕਰਵਾ ਦਿੰਨੇ ਆ। ਭਾਈ ਝੰਡਾ ਸਿੰਘ ਜੀ ਨੂੰ ਹੁਕਮਨਾਮਾ ਲਿਖ ਕੇ ਭੇਜਿਆ, ਕਿਆ ਕਹੋ ਬਾਬਾ ਗੁਰਮੁਖ ਸਿੰਘ ਜੀ ਨੇ ਸਰੀਆ, ਸੀਮੈਂਟ ਤੇ ਰੇਤਾ ਮੰਗਵਾਇਆ ਸੇਵਾ ਦੇ ਲਈ। ਭਾਈ ਝੰਡਾ ਸਿੰਘ ਜੀ ਨੂੰ ਖੜੇ ਪੈਰ ਟਰੱਕ ਭਰ ਕੇ ਜਦੋਂ ਸਮਾਨ ਦਾ ਭੇਜਣਾ, ਇੱਕ ਵਾਰੀ ਸਾਨੂੰ ਵੀ ਫਿਕਰ ਪੈ ਜਾਵੇਗਾ ਵੀ ਘਰ ਦੇ ਕਾਜ ਵੀ ਚੱਲ ਰਹੇ ਨੇ, ਹੋਰ ਜਗ੍ਹਾ ਵੀ ਦਸੌਂਦ ਦੇਈਦਾ ਹੈ, ਕਿਸ ਤਰ੍ਹਾਂ ਕਾਜ ਸਰੇਗਾ। ਭਾਈ ਝੰਡਾ ਸਿੰਘ ਜੀ ਨੇ ਹੁਕਮ ਮੰਨਿਆ, ਟਰੱਕ ਭਰ ਕੇ ਸੀਮੈਂਟ, ਸਰੀਆ, ਬਜਰੀ ਸਭ ਮੁਕਤਸਰ ਸਾਹਿਬ ਦੀ ਧਰਤੀ ਤੇ ਲੈ ਕੇ ਪਹੁੰਚ ਗਿਆ। ਤੇ ਜਦੋਂ ਪਹੁੰਚਿਆ ਮੁਕਤਸਰ ਸਾਹਿਬ ਦੀ ਧਰਤੀ ਤੇ, ਬਾਬਾ ਗੁਰਮੁਖ ਸਿੰਘ ਜੀ ਕਹਿੰਦੇ ਆ ਕਿੰਨੇ ਮੰਗਾਇਆ? ਜੇਬ 'ਚ ਚਿੱਠੀ ਪਈ ਸੀ, ਬਾਬਾ ਜੀ ਤੁਹਾਡੀ ਚਿੱਠੀ ਆਈ ਹੈ, ਹੁਕਮਨਾਮਾ ਆਇਆ ਤਾਂ ਲੈ ਕੇ ਆਏ ਆ। ਬਾਬਾ ਗੁਰਮੁਖ ਸਿੰਘ ਜੀ ਕਹਿੰਦੇ ਤੂੰ ਕਰੇਗਾ ਗੁਰੂ ਨਾਨਕ ਦੇ ਦਰ ਦੀ ਸੇਵਾ, ਸੰਗਤ ਦੇ ਸਹਿਯੋਗ ਨਾਲ ਚੱਲਦੀ ਹੈ, ਇਕੱਲੇ ਬੰਦੇ ਨਾਲ ਥੋੜੀ ਚੱਲਦੀ ਹੈ, ਜਾਂ ਵਾਪਸ ਲੈ ਜਾ, ਨਹੀਂ ਚਾਹੀਦੀ ਤੇਰੀ ਸੇਵਾ। ਬਾਬਾ ਜੀ ਮੇਰੇ ਤੋਂ ਭੁੱਲ ਹੋ ਗਈ ਹੋਏਗੀ ਪੜਨ ਵਿੱਚ, 7 ਬਚਨ ਬਾਬਾ ਜੀ ਵਾਪਸ ਲੈ ਜਾਣਾ। ਭਰਾ ਭਰਾਇਆ ਟਰੱਕ ਵਾਪਸ ਲੈ ਗਿਆ। ਸਾਡੇ ਵਰਗਾ ਹੁੰਦਾ ਤੇ ਬਾਬੇ ਨਾਲ ਟੁੱਟ ਕੇ ਲੜ ਕੇ ਪੈ ਜਾਂਦਾ। ਤੇ ਬਾਬਾ ਗੁਰਮੁਖ ਸਿੰਘ ਜੀ ਸੰਗਤ ਨੂੰ ਕਹਿੰਦੇ ਆਹ ਸਿੱਖ ਹੁੰਦੇ ਨੇ ਜਿਹੜੇ ਮਨ ਦੇ ਅੰਦਰ ਹਰ ਗੱਲ ਦਾ ਭਾਣਾ ਮੰਨਦੇ ਨੇ। ਜੇ ਚੰਗਾ ਹੋ ਗਿਆ ਵੀ ਗੁਰੂ ਨੇ ਇੱਕਦਮ ਗੁਰੂ ਦੀ ਸੇਵਾ ਲਈ, ਗੁਰੂ ਦੇ ਲੰਗਰਾਂ ਲਈ, ਗੁਰੂ ਦੀ ਇਮਾਰਤਾਂ ਲਈ ਰਸਤ ਚਾਹੀਦੀ ਆ ਪਹੁੰਚਾ ਦਿੱਤੀ। ਜੇ ਮਨਾ ਕਰ ਦਿੱਤਾ ਤਾਂ ਵਾਪਸ ਲੈ ਕੇ ਮਨ 'ਚ ਰੋਸ਼ ਨਹੀਂ ਕੀਤਾ, ਉਹ ਸਿੱਖ ਹੁੰਦਾ। ਸੇਵਾ ਕਰਦੇ ਜੇ ਅਸੀਂ ਕਿਸੇ ਦੇ ਨਾਲ ਲੜ ਪਈਏ, ਉਹ ਸੇਵਾ ਦਾ ਭਾਵ ਜਿਹੜਾ ਹੈ, ਉਚੱਚਾ ਭਾਵ ਹਿਰਦੇ 'ਚ ਪ੍ਰੇਮਾ ਭਗਤੀ ਦਾ, ਉਹ ਉਪਜਦਾ ਨਹੀਂ। ਪ੍ਰੇਮਾ ਭਗਤੀ ਨੂੰ ਹਿਰਦੇ ਦੇ ਅੰਦਰ ਉਪਜਾਣ ਦੇ ਲਈ ਹਿਰਦੇ ਦੇ ਅੰਦਰ ਨਿਮਰਤਾ ਰੱਖਣੀ ਪੈਂਦੀ ਹੈ। ਇੱਕ ਦਿਨ ਸ਼੍ਰੀ ਅੰਗਦ ਕੇ ਪਾਸ, ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਕੋਲ ਧਿੰਗਾ ਨਾਈ ਜੀ ਬੇਨਤੀ ਕਰਦੇ ਨੇ, ਹੱਥ ਜੋੜ ਕੀਨੀ ਅਰਦਾਸ। ਹੱਥ ਜੋੜ ਕੇ ਅਰਦਾਸ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ, ਸ਼੍ਰੀ ਸਤਿਗੁਰ ਮੁਝ ਦੇਹੁ ਉਪਦੇਸ਼। ਹੇ ਗੁਰੂ ਪਾਤਸ਼ਾਹ ਮਹਾਰਾਜ ਮੈਨੂੰ ਉਪਦੇਸ਼ ਦਿਓ। ਹੁਣ ਤੁਸੀਂ ਸਾਰੇ ਸੰਗਤ ਵਿੱਚ ਕਿਉਂ ਬੈਠੇ ਹੋ? ਬਈ ਇੱਥੇ ਗੁਰੂ ਬਾਬਾ ਜੀ ਦੀ ਕਥਾ ਹੋ ਰਹੀ ਹੈ। ਉਹ ਕਥਾ ਦਾ ਜੋ ਉਪਦੇਸ਼ ਹੈ, ਜੋ ਧਿੰਗਾ ਨਾਈ ਜੀ ਨੂੰ ਦਿੱਤਾ ਹੈ, ਕੀ ਪਤਾ ਮੇਰੇ ਵੀ ਦਿਲ 'ਚ ਉਹੀ ਸਵਾਲ ਹੋਵੇ ਤੇ ਗੁਰੂ ਪਾਤਸ਼ਾਹ ਮੈਨੂੰ ਵੀ ਜਵਾਬ ਦੇ ਦੇਣ। ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਧਿੰਗਾ ਨਾਈ ਜੀ ਉਪਦੇਸ਼ ਮੰਗਦੇ ਨੇ। ਸਿਫਤੀ ਸੱਚ ਸਮੇਓ ਤਿਨਕੋ ਕਿਆ ਉਪਦੇਸ਼ੀ ਹੈ, ਜਿਨ ਗੁਰੂ ਨਾਨਕ ਦਿਓ। ਹੁਣ ਗੁਰੂ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇ ਸਿੱਖਾਂ ਨੂੰ ਉਪਦੇਸ਼ ਕਰਨ ਲੱਗੇ ਨੇ। ਜਿਸ ਤੇ ਮਿਟ ਹੈ ਕਲੇਸ਼ ਅਸ਼ੇਸ਼। ਹੇ ਮਹਾਰਾਜ ਮੈਨੂੰ ਐਸਾ ਉਪਦੇਸ਼ ਦਿਓ ਮੇਰੇ ਹਿਰਦੇ ਦੇ ਅੰਦਰੋਂ ਕਲੇਸ਼ ਦੂਰ ਹੋ ਜਾਵੇ। ਅੱਜ ਸਾਰੇ ਕਹਿੰਦੇ ਨਾ ਮੈਨੂੰ ਡਿਪਰੈਸ਼ਨ ਹੈ, ਮੈਨੂੰ ਝੋਰਾ ਹੈ, ਮੈਨੂੰ ਤਾਂ ਆ ਬੰਦਾ ਕੋਈ ਕਹਿੰਦਾ ਮੇਰਾ ਮਨ ਹੀ ਖਰਾਬ ਹੋ ਜਾਂਦਾ। ਕਿਹਾ ਮਹਾਰਾਜ ਮੈਨੂੰ ਐਸਾ ਉਪਦੇਸ਼ ਦਿਓ
ਮੇਰੇ ਮਨ ਦਾ ਝੋਰਾ ਦੂਰ ਹੋ ਜਾਵੇ, ਖਤਮ ਹੋ ਜਾਵੇ, ਕਲੇਸ਼ ਨਾ ਰਵੇ। ਘਰ ਦੇ ਅੰਦਰ ਛੋਟੀ ਛੋਟੀ ਗੱਲਾਂ ਦੇ ਕਲੇਸ਼ ਹੁੰਦਾ ਹੈ। ਕਈ ਵਾਰੀ ਬੰਦਾ ਕਹਿੰਦਾ ਮੇਰਾ ਦਿਲ ਵੀ ਨਹੀਂ ਕਰਦਾ ਬੋਲਣ ਦਾ, ਪਰ ਮੈਂ ਫਿਰ ਵੀ ਬੋਲ ਪੈਣਾ, ਕਲੇਸ਼ ਛਿੜ ਪੈਂਦਾ। ਕਿਹਾ ਮਹਾਰਾਜ ਕੁਝ ਐਸਾ ਉਪਦੇਸ਼ ਦਿਓ ਮੇਰੇ ਦਿਲ ਚੋਂ ਕਲੇਸ਼ ਖਤਮ ਹੋ ਜਾਵੇ। ਗੁਰੂ ਅੰਗਦ ਦੇਵ ਮਹਾਰਾਜ ਜੀ ਉਹਨਾਂ ਨੂੰ ਉਪਦੇਸ਼ ਦਿੰਦੇ ਨੇ। ਸੁਨ ਸ਼੍ਰੀ ਮੁਖ ਤੇ ਤਬ ਫੁਰਮਾਇਓ। ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮੁਖ ਤੋਂ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰਾਉਂਦੇ ਨੇ ਭਾਈ ਧੀਆਂ ਨਾਈ ਜੀ ਨੂੰ। ਗੁਰੂ ਗੋਰ ਮਹਿ ਸੋ ਚਲ ਆਇਓ। ਆਹਾਹਾ, ਕਹਿੰਦੇ ਤੂੰ ਗੁਰੂ ਪਾਤਸ਼ਾਹ ਮਹਾਰਾਜ ਕੋਲ ਚੱਲ ਕੇ ਆਇਆ ਹੈ। ਹੋਏ ਮੁਰੀਦ ਮੁਰਦੇ ਮਾਨਿੰਦ। ਕਹਿੰਦੇ ਕਲੇਸ਼ ਖਤਮ ਕਰਨ ਦਾ ਤਰੀਕਾ ਕੀ ਹੈ? ਕਿਉਂਕਿ ਗੁਰੂ ਪਾਤਸ਼ਾਹ ਜੋ ਹੁੰਦੇ ਨੇ ਨਾ, ਉਹ ਸਿੱਖ ਦੀ ਅਵਸਥਾ ਦੇਖ ਕੇ ਉਸ ਨੂੰ ਉਪਦੇਸ਼ ਕਰਦੇ ਨੇ। ਉਹਨੇ ਪ੍ਰਸ਼ਨ ਕੀ ਕੀਤਾ ਉਹਦਾ ਉੱਤਰ ਦਿੰਦੇ ਨੇ, ਸੱਜੇ ਖੱਬੇ ਨਹੀਂ ਲੈ ਕੇ ਜਾਂਦੇ, ਬਿਲਕੁਲ ਸੈਂਟਰ ਤੇ ਜਿੱਥੇ ਗੱਲ ਪੁੱਛੀ ਗਈ ਹੈ ਉਹਦਾ ਜਵਾਬ ਦਿੰਦੇ ਨੇ। ਮਹਾਰਾਜ ਕਹਿੰਦੇ ਮੁਰਦਾ ਹੋਏ ਮੁਰੀਦ ਨਾ ਗੱਲੀ ਜੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭੋ ਖੋਵਣਾ। ਜਿਹੜਾ ਬੰਦਾ ਮੁਰਦਾ ਹੀ ਹੋ ਜਾਵੇ ਵੀ ਮੈਂ ਤਾਂ ਮੁਰਦਾ, ਮੈਂ ਤਾਂ ਸਰੀਰ ਹਾਂ, ਸਰੀਰ ਨੇ ਮਿੱਟੀ 'ਚ ਮਿਲ ਜਾਣਾ। ਜੇ ਕੋਈ ਮੈਨੂੰ ਇਹ ਗਾਲਾਂ ਕੱਢਦਾ ਵੀ ਹੈ, ਚਾਹੇ ਮੇਰੇ ਰਿਸ਼ਤੇਦਾਰ ਨੇ, ਮੇਰੇ ਦੋਸਤ ਨੇ, ਮੇਰੇ ਦੁਸ਼ਮਣ ਨੇ, ਉਹ ਤਾਂ ਸਰੀਰ ਨੂੰ ਕੱਢ ਰਹੇ ਨੇ ਗਾਲਾਂ। ਮੈਂ ਤਾਂ ਆਤਮ ਚੇਤਨ ਬ੍ਰਹਮ ਸਰੂਪ ਸਤਚਿਤ ਆਨੰਦ ਆ, ਮੈਨੂੰ ਤਾਂ ਕੋਈ ਗਾਲ ਕੱਢ ਹੀ ਨਹੀਂ ਸਕਦਾ। ਮੈਂ ਤੇ ਆਤਮਾ, ਮੈਂ ਸਰੀਰ ਹਾਂ ਹੀ ਨਹੀਂ। ਸਰੀਰ ਤਾਂ ਮਿੱਟੀ 'ਚ ਮਿਲ ਜਾਣਾ ਹੈ, ਇਹ ਤਾਂ ਮੇਰੇ ਸਰੀਰ ਨੂੰ ਗਾਲਾਂ ਕੱਢਦੇ ਨੇ। ਗੱਲ ਜਦੋਂ ਇੰਨੀ ਤੱਤ ਪਕੜ 'ਚ ਆ ਜਾਵੇਗਾ ਤਦੋਂ ਮਹਾਰਾਜ ਕਹਿੰਦੇ ਤੂੰ ਆਪਣੇ ਆਪ ਨੂੰ ਮੁਰਦਾ ਸਮਝਿਆ ਕਰ। ਹੁਣ ਮੁਰਦੇ ਨੂੰ ਕੋਈ ਸ਼ਿੰਗਾਰ ਲਵੇ, ਮੁਰਦੇ ਦੇ ਉੱਤੇ ਕੋਈ ਮਿੱਟੀ ਪਾ ਦੇਵੇ, ਮੁਰਦਾ ਤਾਂ ਨਹੀਂ ਬੋਲੇਗਾ ਨਾ। ਮਹਾਰਾਜ ਕਹਿੰਦੇ ਤੂੰ ਸੰਸਾਰ ਦੇ ਅੰਦਰ ਆਪਣੇ ਆਪ ਨੂੰ ਮੁਰਦਾ ਸਮਝਿਆ ਕਰ। ਅੰਗ ਨਾ ਕੋ ਹਾਲਤ ਬਿਨ ਜਿੰਦ। ਜਿਸ ਤਰ੍ਹਾਂ ਮੁਰਦੇ ਦੇ ਅੰਗ ਨਹੀਂ ਹਿਲਦੇ, ਅੰਦਰ ਜਿੰਦ ਨਹੀਂ ਹੁੰਦੀ, ਤੂੰ ਆਪਣੇ ਆਪ ਨੂੰ ਸੰਸਾਰ ਦੇ ਅੰਦਰ ਮੁਰਦਾ ਜਾਣਿਆ ਕਰ। ਕੋਈ ਤੇਰੀ ਉਸਤਤ ਕਰਦਾ ਹੈ ਨਾ, ਖੁਸ਼ ਹੋ ਕੇ ਫੁੱਲ ਨਾ ਜਾਇਆ ਕਰ। ਕੋਈ ਤੇਰੀ ਨਿੰਦਾ ਕਰਦਾ, ਆਪਣੇ ਮਨ ਨੂੰ ਕਿਉਂ ਉਦਾਸ ਕਰਦਾ? ਉਹਨੇ ਤਾਂ ਉਹ ਸਰੀਰ ਦੀ ਉਸਤਤ ਤੇ ਨਿੰਦਾ ਕੀਤੀ ਹੈ। ਤੂੰ ਤਾਂ ਸ਼ੁੱਧ ਚੇਤਨ ਬ੍ਰਹਮ ਆਤਮਾ ਹੈ। ਤੇਰੀ ਤਾਂ ਸਰੂਪ ਜੋ ਹੈ ਉਹ ਬੜਾ ਹੀ ਉੱਚਾ ਹੈ। ਤੂੰ ਪਰਮਾਤਮਾ ਦੀ ਜੋਤ ਹੈ। ਤੂੰ ਉਸ ਜੋਤ ਦੇ ਸਿਮਰਨ ਜੁੜਿਆ ਰਿਹਾ ਕਰ, ਗੁਰਮੰਤਰ ਜੁੜਦਾ ਰਿਹਾ ਕਰ। ਇੱਕ ਹੋਰ ਮਹਾਪੁਰਸ਼ਾਂ ਦੇ ਜੀਵਨ ਚੋਂ ਸੁਣਨ ਨੂੰ ਗੱਲ ਮਿਲਦੀ ਹੈ ਕਿ ਜਦੋਂ ਕੋਈ ਮਹਾਪੁਰਸ਼ਾਂ ਨੂੰ ਕਬੋਲ ਬੋਲਦਾ ਹੈ ਨਾ, ਤਦ ਮਹਾਪੁਰਸ਼ਾਂ ਨੂੰ ਉਹ ਕਬੋਲ ਬੋਲ ਰਿਹਾ ਕੰਨਾਂ ਦੇ ਅੰਦਰ, ਉਹ ਸੁਣ ਰਹੇ ਨੇ, ਪਰ ਅੰਦਰੋਂ ਜਿਹੜਾ ਮਨ ਹੈ ਨਾ ਉਹ ਰਾਮ ਦੇ ਨਾਮ ਨਾਲ ਜੁੜਿਆ ਹੁੰਦਾ ਹੈ। ਜਿਸ ਤਰ੍ਹਾਂ ਗੁਰਬਾਣੀ ਦਾ ਇੱਕ ਸ਼ਬਦ ਹੈ, ਆਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮਦੇ ਭਰਮਈਲੇ ਪੰਜ ਜਨਾ ਸਿਓ ਬਾਤ ਬਤਊਆ ਚੀਤ ਸੋ ਡੋਰੀ ਰਾਖੀ ਅਲੇ। ਇਹਦਾ ਅਰਥ ਕੀ ਹੈ? ਕੁਝ ਬੱਚੇ ਨਾ ਪਤੰਗ ਉਡਾ ਰਹੇ ਨੇ, ਤੁਸੀਂ ਵੀ ਆਪਣੇ ਟਾਈਮ 'ਚ ਛੱਤ ਤੇ ਉਡਾਈ ਹੋਣੀ ਹੈ ਭਾਰਤ ਵਿੱਚ। ਤੇ ਜਦੋਂ ਕੋਈ ਪਤੰਗ ਉਡਾਉਂਦਾ ਹੈ ਬੱਚਾ, ਉਹ ਸਾਰਿਆਂ ਨਾਲ ਗੱਲ ਕਰਦਾ ਹੈ, ਪਰ ਗੱਲ ਕਰਦੇ ਹੋਏ ਨਾ ਹੱਸਦਾ ਹੈ, ਖੇਡਦਾ ਹੈ, ਪਰ ਉਹਦਾ ਧਿਆਨ ਡੋਰ 'ਚ ਰਹਿੰਦਾ ਹੈ। ਉਹਦਾ ਜਿਹੜਾ ਅੰਤਿਸ਼ਕਰਨ ਮਨ ਹੈ ਨਾ, ਵੀ ਕਿਧਰੇ ਮੇਰੀ ਪਤੰਗ ਕੱਟ ਨਾ ਜਾਵੇ। ਆਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮਦੇ ਭਰਮੀਲੇ, ਪਤੰਗ ਹਵਾ 'ਚ ਘੁੰਮਦਾ ਹੈ। ਪੰਜ ਜਨਾਂ ਸਿਓ ਬਾਤ ਬਤਊਆ, ਪੰਜ ਜਨਾਂ ਦੇ ਨਾਲ ਗੱਲ ਵੀ ਕਰਦਾ ਕੋਠੇ ਤੇ ਖੜਾ ਹੋ ਕੇ, ਪਰ ਚੀਤ ਸੋ ਡੋਰੀ ਰਾਖੀ ਅਲੇ, ਜਿਹੜੀ ਚਿੱਤ ਹੈ, ਆਪਣਾ ਮਨ ਹੈ, ਉਹ ਡੋਰ ਦੇ ਨਾਲ ਜੋੜ ਕੇ ਰੱਖਦਾ। ਉਸੇ ਤਰ੍ਹਾਂ ਮਹਾਪੁਰਸ਼ ਹੁੰਦੇ ਨੇ, ਉਹਨਾਂ ਦੀ ਕੋਈ ਨਿੰਦਾ ਕਰੀ ਜਾਵੇ, ਕੋਈ ਗਾਲਾਂ ਕੱਢੀ ਜਾਵੇ, ਪਰ ਉਹ ਆਪਣਾ ਜਿਹੜਾ ਚਿੱਤ ਹੈ ਉਹ ਪ੍ਰਭੂ ਦੇ ਨਾਮ ਨਾਲ ਜੋੜ ਕੇ ਰੱਖਦੇ ਨੇ ਵੀ ਇਹ ਤਾਂ ਮੇਰੇ ਸਰੀਰ ਨੂੰ ਗਾਲਾਂ ਕੱਢ ਰਿਹਾ, ਮੈਂ ਤਾਂ ਉਹ ਪਰਮਾਤਮਾ ਦੀ ਜੋਤ ਆ ਜੋ ਮੇਰੇ ਅੰਦਰ ਵਸਦਾ। ਮਨ ਰਾਮ ਨਾਮਾ ਬੇਦੀਅਲੇ ਜੈਸੇ ਕਨਿਕ ਕਲਾ ਚਿਤ ਮਾਂਡੀਅਲੇ। ਹੇ ਸਿੱਖਾ, ਤੂੰ ਆਪਣੇ ਮਨ ਨੂੰ ਰਾਮ ਦੇ ਨਾਮ ਨਾਲ ਬੇਦ ਲੈ, ਪੱਕੀ ਤਰ੍ਹਾਂ ਗੱਡ ਮਾਰ ਲੈ। ਜੈਸੇ ਕਨਕ ਕਲਾ ਚਿਤ ਮਾਂਡੀਅਲੇ, ਜਿਸ ਤਰ੍ਹਾਂ ਸੁਨਾਰ ਆਪਣੀ ਦੁਕਾਨ ਦੇ ਉੱਤੇ ਸੋਨਾ ਘੜਦਾ ਹੈ ਨਾ, ਉਸ ਨੂੰ ਪਤਾ ਹੁੰਦਾ ਵੀ ਇਹਦੀ ਦੁਕਾਨ ਹੀ ਕੌਣ ਐਂਟਰ ਹੋ ਰਿਹਾ, ਕੌਣ ਐਗਜ਼ਿਟ ਹੋ ਰਿਹਾ, ਸੋਨਾ ਚੋਰੀ ਨਹੀਂ ਹੋਣ ਦਿੰਦਾ, ਪਰ ਬੜੇ ਧਿਆਨ ਨਾਲ ਕੁਠਾਲੀ ਦੇ ਅੰਦਰ ਸੋਨੇ ਦੇ ਉੱਤੇ ਕੰਮ ਕਰਦਾ ਰਹਿੰਦਾ। ਅਸੀਂ ਗੱਲ ਵੀ ਕਰੀਏ ਨਾ, ਸਾਡਾ ਜਵਾਬ ਵੀ ਦਿੰਦਾ, ਪਰ ਸੁਨਾਰੇ ਦਾ ਧਿਆਨ ਕਾਂਟੇ ਬਣਾਉਣ ਦੇ ਅੰਦਰ, ਗਹਿਣਿਆਂ 'ਚ ਹੁੰਦਾ। ਆਨੀਲੇ ਕੁੰਭ ਭਰਾਈਲੇ ਉਦਕ, ਕਈ ਇਸਤਰੀਆਂ ਤੁਸੀਂ ਦੇਖੀਆਂ ਹੋਣੀਆਂ ਪਿੰਡਾਂ ਦੇ ਅੰਦਰ, ਸਿਰ ਦੇ ਉੱਤੇ ਗਾਗਰਾਂ ਲੈ ਕੇ ਜਾ ਰਹੀਆਂ ਹੁੰਦੀਆਂ। ਰਾਜਕੁਵਾਰ ਪੁਰੰਦਰੀਏ ਹਸਤ ਬਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀ ਅਲੇ। ਇਸਤਰੀਆਂ ਜਦੋਂ ਇਕੱਠੀਆਂ ਹੋ ਕੇ ਜਾਂਦੀਆਂ, 5-6 ਗਾਗਰਾਂ ਸਿਰ ਤੇ ਰੱਖ ਲੈਂਦੀਆਂ,
ਉਹ ਗਾਗਰਾਂ ਵੀ ਰੱਖਦੀਆਂ, ਨਾਲ ਸਹੇਲੀਆਂ ਨਾਲ ਗੱਲਾਂ ਵੀ ਮਾਰਦੀਆਂ। ਮਹਾਰਾਜ ਕਹਿੰਦੇ ਪਰ ਉਹਨਾਂ ਦਾ ਜੋ ਚਿੱਤ ਹੈ ਨਾ, ਉਹਦੀ ਜਿਹੜਾ ਉਹਨਾਂ ਦੀ ਕੰਸੈਂਟਰੇਸ਼ਨ ਹੈ ਉਹ ਗਾਗਰਾਂ ਦੇ ਅੰਦਰ ਹੈ, ਵੀ ਉਹ ਡਿੱਗ ਨਾ ਜਾਣ। ਇੰਨੀ ਕੰਸੈਂਟਰੇਸ਼ਨ ਤੈਨੂੰ ਪ੍ਰਭੂ ਦੇ ਨਾਮ ਵਿੱਚ ਚਾਹੀਦੀ ਹੈ। ਜਦੋਂ ਕੋਈ ਤੇਰੀ ਨਿੰਦਾ ਤੇ ਉਸਤਤ ਕਰੇ, ਮਨ ਰਾਮ ਨਾਮਾ ਬੇਦੀ ਅਲੇ, ਰਾਮ ਦੇ ਨਾਮ ਦੇ ਨਾਲ ਮਨ ਨੂੰ ਬੇਧ ਕੇ ਰੱਖ। ਸੋ ਪਾਤਸ਼ਾਹ ਮਹਾਰਾਜ ਉਪਦੇਸ਼ ਦੇ ਰਹੇ ਨੇ। ਸੋ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਮੁਰਦੇ ਨੂੰ ਕੋਈ ਫਰਕ ਨਹੀਂ ਨਾ ਪੈਂਦਾ ਕੋਈ ਉਹਦੀ ਨਿੰਦਾ ਤੇ ਉਸਤਤ ਕਰੇ, ਹੇ ਸਿੱਖਾ ਤੈਨੂੰ ਵੀ ਫਰਕ ਨਹੀਂ ਪੈਣਾ ਚਾਹੀਦਾ। ਤਿਮ ਮੁਰੀਦ ਆਦਿਕ ਹੰਕਾਰਾ, ਜਿਸ ਤਰ੍ਹਾਂ ਕੋਈ ਮੁਰੀਦ ਹੋ ਜਾਂਦਾ ਹੈ ਉਸ ਨੂੰ ਹੰਕਾਰ ਵੀ ਨਹੀਂ ਕਰਨਾ ਚਾਹੀਦਾ ਤੇ ਨਾ ਆਪਣੀ ਉਸਤਤ ਸੁਣ ਕੇ ਫੁੱਲਣਾ ਚਾਹੀਦਾ। ਤੂੰ ਆਪਣੇ ਆਪ ਨੂੰ ਮੁਰਦਾ ਸਮਝ ਸੰਸਾਰ ਦੇ ਉੱਤੇ ਸਰੀਰ ਨੂੰ, ਤੇ ਕਿਸੇ ਦੀ ਉਸਤਤ ਦੇ ਨਾਲ ਫੁੱਲਿਆ ਨਾ ਕਰ, ਕਿਸੇ ਦੀ ਨਿੰਦਾ ਦੇ ਨਾਲ ਆਪਣੇ ਆਪ ਨੂੰ ਮਨ ਨੂੰ ਨਮੋਸ਼ੀ ਵਿੱਚ ਨਾ ਲਿਆਇਆ ਕਰ। ਤਿਆਗ ਦੇਤ ਇਹ ਸਕਲ ਵਿਕਾਰਾ, ਸਾਰੇ ਵਿਕਾਰਾਂ ਨੂੰ ਛੋੜ ਦੇ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਬਿਰਤੀ ਨੂੰ ਛੋੜ ਕੇ ਵਾਹਿਗੁਰੂ 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 ਦੇ ਸਿਮਰਨ ਦੇ ਅੰਦਰ ਬਿਰਤੀ ਜੋੜ। RAM ਨਾਮ ਗੁਣ ਗਾਇ ਲੈ ਮੀਤਾ, ਹਰ ਸਿਮਰਤ ਤੇਰੀ ਲਾਜ ਰਹੇ। ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ। ਮਹਾਰਾਜ ਕਹਿੰਦੇ RAM ਦੇ ਨਾਮ ਦੇ ਗੁਣ ਗਾ ਲੈ, ਹਰੀ ਦਾ ਸਿਮਰਨ ਕਰ ਲੈ, ਜਿੱਥੇ ਤੇਰੀ ਇੱਜ਼ਤ, ਹਰ ਪਾਸੇ ਤੇਰੀ ਇੱਜ਼ਤ ਹੋ ਜਾਵੇਗੀ, ਤੇਰਾ ਬੜਾ ਜਸ ਹੋ ਜਾਵੇਗਾ। RAM ਨਾਮ ਗੁਣ ਗਾਇ ਲੈ ਮੀਤਾ, ਹਰ ਸਿਮਰਤ ਤੇਰੀ ਲਾਜ ਰਹਿ, ਹਰ ਸਿਮਰਤ ਜਮ ਕਛ ਨ ਕਹੈ। ਜਦੋਂ ਤੂੰ ਸਾਰੀ ਉਮਰ ਗਾਉਂਦਾ ਰਹੇਗਾ ਵਾਹਿਗੁਰੂ 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 ਵਾਹਿਗੁਰੂ, ਸੱਚੇ ਪਾਤਸ਼ਾਹ ਦਾ ਨਾਮ ਲੈਂਦਾ ਰਹੇਗਾ, ਅਖੀਰਲੇ ਵੇਲੇ ਤੱਕ ਜਪਦਾ ਰਹੇਗਾ, ਜਦੋਂ ਤੇਰਾ ਸਰੀਰ ਪੰਜਾਂ ਤੱਤਾਂ 'ਚ ਮਿਲ ਜਾਵੇਗਾ, ਤੇਰੇ ਸਰੀਰ ਦਾ ਅੰਤ ਹੋ ਜਾਵੇਗਾ, ਤਦੋਂ ਤੈਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ। ਗੁਰੂ ਗੌਰ ਮਹਿ ਜਾਏ ਸਮਾਏ, ਗੁਰੂ ਪਾਤਸ਼ਾਹ ਦੇ ਚਰਨਾਂ ਦੇ ਅੰਦਰ ਤੇਰੀ ਬਿਰਤੀ ਸਮਾਏਗੀ। ਜਿੰਦਿਆਂ ਵੀ ਵਾਹਿਗੁਰੂ ਦਾ ਸਿਮਰਨ ਕਰ, ਅਖੀਰਲੇ ਸਮੇਂ ਤੱਕ ਗੁਰੂ ਦੇ ਸ਼ਬਦ ਦਾ ਅਭਿਆਸ ਕਰ। ਹੋਏ ਮੁਰੀਦ ਮੁਰਦਾ ਜਿਸ ਭਾਏ, ਜਿਸ ਤਰ੍ਹਾਂ ਮੁਰੀਦ ਹੁੰਦਾ ਹੈ, ਮੁਰਦਾ ਹੋਏ ਮੁਰੀਦ ਨਾ ਗੱਲੀ ਜੋਗਣਾ, ਉਹ ਜਿਸ ਤਰ੍ਹਾਂ ਮੁਰੀਦ ਹੋ ਜਾਂਦਾ ਹੈ ਮੁਰਦਾ, ਉਸੇ ਤਰ੍ਹਾਂ ਤੂੰ ਵੀ ਆਪਣੇ ਆਪ ਨੂੰ ਮੁਰਦਾ ਸਮਝ ਕੇ ਪ੍ਰਭੂ ਦੇ ਨਾਮ ਦੇ ਅੰਦਰ ਬਿਰਤੀ ਜੋੜ ਲੈ। ਦੇਖ ਜਾਤ ਆਪਣੀ ਭਾਸੈਨ, ਜਿਸ ਤਰ੍ਹਾਂ ਤੁਹਾਡੀ ਜਾਤੀ ਦੇ ਸੈਣ ਨਾਈ ਜੀ ਸੀਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ, ਜਿਸ ਤਰ੍ਹਾਂ ਭਗਤ ਸੈਣ ਜੀ ਦਾ ਜ਼ਿਕਰ ਆਇਆ, ਹੁਣ ਮਹਾਰਾਜ ਕਹਿੰਦੇ ਤੂੰ ਵੀ ਨਾਈ ਹੈ, ਇੱਕ ਸੈਣ ਨਾਈ ਵੀ ਨਾਈ ਸੀਗੇ। ਕਰੀ ਸੇਵ ਸੰਤਨ ਕੀ ਰੈਨ, ਉਹਨਾਂ ਨੇ ਸੰਤਾਂ ਦੀ ਬਹੁਤ ਸੇਵਾ ਕੀਤੀ ਸੈਣ ਨਾਈ ਜੀ ਨੇ। ਪ੍ਰੇਮ ਪਰਖ ਕਰ ਸ਼੍ਰੀ ਭਗਵਾਨ, ਉਹਨਾਂ ਦੀ ਜਿਹੜੀ ਪ੍ਰੇਮਾ ਭਗਤੀ ਸੀਗੀ ਉਹ ਪ੍ਰਭੂ ਨੇ ਪ੍ਰਵਾਨ ਕਰ ਲਈ। ਬਨੇ ਸੈਨ ਕੇ ਰੂਪ ਸੁਜਾਨ, ਸੈਣ ਦਾ ਰੂਪ ਧਾਰ ਕੇ ਪ੍ਰਮਾਤਮਾ ਜਿਹੜੇ ਸੀਗੇ ਨਾ, ਉਹ ਪ੍ਰਮਾਤਮਾ ਸੈਣ ਦਾ ਰੂਪ ਧਾਰ ਕੇ ਚਲੇ ਗਏ ਸੀ। ਸੰਗਤ ਜੀ ਉਹ ਸਾਖੀ ਇਸ ਤਰ੍ਹਾਂ ਹੈ, ਸੈਣ ਭਗਤ ਜੀ ਨਾ ਰਾਜੇ ਦੀ ਮਾਲਿਸ਼ ਕਰਦੇ ਸੀਗੇ, ਮਸਾਜ ਕਰਦੇ ਸੀ, ਕਿਉਂਕਿ ਨਾਈਆਂ ਦੇ ਪਹਿਲਾਂ 4 ਕੰਮ ਹੁੰਦੇ ਸੀ। ਇੱਕ ਤਾਂ ਨਹੁੰ ਕੱਟਣ ਦਾ, ਮਾਲਿਸ਼ ਕਰਨ ਦਾ, ਕਿਸੇ ਦੇ ਵਾਲ ਬਣਾਉਣ ਦਾ, ਤੇ ਇੱਕ ਰਿਸ਼ਤਾ ਲੈ ਕੇ ਜਾਣ ਦਾ। ਇਹ 4 ਕੰਮ ਨਾਈ ਕਰਦੇ ਸੀ। ਅੱਜ ਤਾਂ ਚਲੋ ਸਪੈਸ਼ਲਾਈਜੇਸ਼ਨਸ ਹੋ ਗਈਆਂ, ਨਾਈ ਖਾਲੀ ਇੱਕੋ ਕੰਮ ਕਰਦੇ ਨੇ, ਪਹਿਲਾਂ ਨਾਈ ਇਹ 4 ਕੰਮ ਕਰਦੇ ਸੀਗੇ। ਸੋ ਜਿਹੜੇ ਸੈਣ ਨਾਈ ਸੀਗੇ ਉਹ ਰਾਤੀ ਰਾਜੇ ਦੀ ਸੇਵਾ ਕਰਨ ਜਾਂਦੇ ਸੀ ਬੜੇ ਪ੍ਰੇਮ ਦੇ ਨਾਲ। ਤੇ ਇੱਕ ਦਿਨ ਉਹ ਜਾ ਰਹੇ ਸੀ ਤੇ ਅੱਗੋਂ ਸੰਤ ਪਰੌਣੇ ਆ ਗਏ। ਸੰਤ ਸੇਵਾ ਜਿਹੜੇ ਕਰਦੇ ਸੀ ਭਜਨ ਬੰਦਗੀ ਵਾਲੇ, ਉਹ ਘਰ ਦਾ ਜਿੰਦਾ ਮਾਰਨ ਲੱਗੇ ਤੇ ਸੰਤਾਂ ਨੇ ਕਿਹਾ ਬਈ ਅਸੀਂ ਤਾਂ ਰਾਤ ਰੁਕਣਾ, ਇੱਥੇ ਥੋੜੀ ਦੇਰ ਵਿਸ਼ਰਾਮ ਕਰਨਾ। ਹੁਣ ਸੰਤਾਂ ਨੂੰ ਇਕੱਲੇ ਵੀ ਨਹੀਂ ਛੱਡ ਕੇ ਜਾ ਸਕਦੇ ਸੀ, ਕਿਉਂਕਿ ਬੜਾ ਲੰਬਾ ਪੈਂਡਾ ਤੈਅ ਕਰਕੇ ਆਏ ਸੀ, ਕੁਝ ਖਵਾਉਣਾ ਵੀ ਹੁੰਦਾ ਆਏ ਗਏ ਨੂੰ। ਉਹ ਕਹਿੰਦੇ ਚਲੋ ਮੈਂ ਘੰਟਾ ਬਾਅਦ ਚਲਾ ਜਾਵਾਂਗਾ। ਤੇ ਸੰਤਾਂ ਨੇ ਕਿਹਾ ਵੀ ਅਸੀਂ ਕੁਝ ਛਕ ਕੇ ਭਜਨ ਬੰਦਗੀ ਕਰਨਾ ਚਾਹੁੰਦੇ ਹਾਂ। ਕੁਝ ਜਲ ਪ੍ਰਸ਼ਾਦਾ ਛਕਿਆ, ਜਲ ਪਾਨ ਕਰਕੇ ਬਿਰਤੀ ਜੋੜ ਲਈ ਪ੍ਰਭੂ ਦੇ ਭਜਨ ਦੇ ਅੰਦਰ। ਜਦੋਂ ਪ੍ਰਭੂ ਦੇ ਭਜਨ ਦੇ ਅੰਦਰ ਬਿਰਤੀ ਜੋੜੀ, ਆਏ ਸੰਤ ਪਰੌਹਣੇ ਕੀਰਤਨ ਹੋਆ ਰਹਿਣ ਸਬਾਈ। ਇੰਨੀ ਖੇਡ ਬਣ ਗਈ, ਪੂਰੀ ਰਾਤ ਹੀ ਕੀਰਤਨ ਹੁੰਦਾ ਰਿਹਾ, ਪਤਾ ਹੀ ਨਹੀਂ ਲੱਗਿਆ ਸੈਣ ਨਾਈ ਜੀ ਨੂੰ ਵੀ ਰਾਤ ਬੀਤ ਹੋ ਗਈ। ਸਵੇਰੇ ਜਦੋਂ ਅੰਮ੍ਰਿਤ ਵੇਲਾ ਹੋਇਆ, ਸਾਧੂਆਂ ਨੇ ਆਪਣੀ ਬਿਰਤੀ ਦਸਮ ਦਵਾਰ ਤੋਂ ਵਾਪਸ ਸੰਸਾਰ 'ਚ ਲਿਆਂਦੀ ਤੇ ਸੈਣ ਨਾਈ ਜੀ ਨੇ ਦੇਖਿਆ ਵੀ ਮੈਂ ਤਾਂ ਰਾਤੀ ਸੇਵਾ ਤੇ ਹੀ ਨਹੀਂ ਗਿਆ। ਬੜੀ ਨਮੋਸ਼ੀ ਦੇ ਨਾਲ, ਬੜੇ ਡਰੇ ਹੋਏ ਮਨ ਦੇ ਨਾਲ ਰਾਜੇ ਦੇ ਕੋਲ ਸਵੇਰੇ ਜਾਂਦੇ ਨੇ।
ਅੱਗੋਂ ਰਾਜਾ ਤਖਤ ਤੇ ਬੈਠਾ ਹੁੰਦਾ ਹੈ, ਉਹ ਆਪਣੇ ਗਲ ਤੋਂ 9 ਲੱਖਾ ਹਾਰ ਉਤਾਰ ਕੇ ਆਪਣੀ ਪੋਸ਼ਾਕ ਜਿਹੜੀ ਰਾਜਿਆਂ ਵਾਲੀ ਪੋਸ਼ਾਕ ਹੁੰਦੀ ਹੈ ਉਹ ਸੈਣ ਨਾਈ ਦੇ ਗਲ 'ਚ ਪਾ ਦਿੰਦਾ। ਕਹਿੰਦਾ ਸੈਣ ਨਾਈ, ਤੂੰ ਰਾਤ ਜਿਹੜੀ ਮੇਰੀ ਸੇਵਾ ਕੀਤੀ ਹੈ ਨਾ, ਕੱਲ ਦੇ ਬਾਅਦ ਮੇਰੇ ਸਰੀਰ ਦਾ ਉਹ ਦਰਦ ਹੀ ਦੂਰ ਹੋ ਗਿਆ ਜਿਹੜਾ ਬੜਾ ਚਿਰ ਤੋਂ ਸੀਗਾ। ਮੈਂ ਤੈਨੂੰ ਸਾਰਿਆਂ ਦੇ ਉੱਤੇ ਵਜ਼ੀਰ, ਜਿਹੜੇ ਸਾਰੇ ਨਾਈ ਹੁੰਦੇ ਨੇ, ਉਨ ਸਾਰਿਆਂ ਦਾ ਹੈੱਡ ਬਣਾ ਦਿੱਤਾ। ਸੈਣ ਨਾਈ ਜੀ ਹੈਰਾਨ, ਕਿਹਾ ਮੈਂ ਤਾਂ ਰਾਤ ਭਜਨ ਬੰਦਗੀ ਕਰਦਾ ਰਿਹਾ, ਮੈਂ ਤਾਂ ਰਾਤੀ ਸਾਧੂਆਂ ਦੀ ਸੇਵਾ ਦੇ ਅੰਦਰ ਬੈਠਾ ਰਿਹਾ, ਮੈਂ ਤਾਂ ਆਇਆ ਹੀ ਨਹੀਂ, ਤੇ ਮੈਨੂੰ ਕਿਸ ਤਰ੍ਹਾਂ ਰਾਜੇ ਨੇ ਨਾਮ ਦੇ ਦਿੱਤਾ। ਉਹਨਾਂ ਨੂੰ ਪਤਾ ਲੱਗ ਗਿਆ ਕਿ ਵਾਹਿਗੁਰੂ ਅਕਾਲ ਪੁਰਖ ਜੀ ਸਰੂਪ ਧਾਰ ਕੇ ਮੇਰੀ ਜਗ੍ਹਾ ਦੇ ਉੱਤੇ, ਜਿਨ੍ਹਾਂ ਦਾ ਮੈਂ ਸਿਮਰਨ ਕਰ ਰਿਹਾ ਸੀ, ਮੇਰੀ ਜਗ੍ਹਾ ਦੇ ਉੱਤੇ ਆ ਕੇ ਉਹਨਾਂ ਨੇ ਭਜਨ ਬੰਦਗੀ ਮੇਰੀ ਨੂੰ ਭਾਗ ਲਾਇਆ ਤੇ ਆ ਕੇ ਮੇਰੀ ਡਿਊਟੀ ਪੂਰੀ ਕਰ ਗਏ। ਜਿਸ ਤਰ੍ਹਾਂ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਬਾਬਾ ਜੀ ਦੀ ਡਿਊਟੀ 10ਵੇਂ ਪਾਤਸ਼ਾਹ ਮਹਾਰਾਜ ਕਰ ਗਏ ਸੀ, ਉਸ ਤੋਂ ਬਾਅਦ ਉਹਨਾਂ ਨੇ ਡਿਊਟੀ ਛੱਡਤੀ ਸੀ। तो सैन नाई ने भी कहा हुण झूठी नौकरियां नहीं करनियां, हुण पक्के दी नौकरी करांगे। सो वो शब्द भाई गुरदास जी की 10वीं वार दे अंदर उन्होंने लिखा है, आओ वो भी अर्थ सरवण करिए। सुन प्रताप कबीर दा दूजा सिख होया सैन नाई। कहंदे कबीर साहब दा बड़ा प्रताप सुनिया सैन नाई जी ने। सुन प्रताप कबीर दा दूजा सिख होया सैन नाई। जदों कबीर जी नूं ना पोटली बना के हाथी दे अगे सुट दिता ते वो हाथी ने भी आके नमस्कार कर दिती। जदों गंगा दे अंदर सुट दिता ते मृगशाला पर कबीर साहब महाराज गंगा दे उत्ते तर के बह गए। इन्ना प्रताप सुन के उन्हां दा भी मन कीता सैन नाई जी दा, मैं भी भगती करा, भी परमात्मा इन्ने काम करदा भगतां दे। सुन प्रताप कबीर दा दूजा सिख होआ सैन नाई। सैन नाई जी सिख बने। प्रेम भगत राती करे भलकै राज द्वारै जाई। राती अपना पाठ करते ने ते नाइट ड्यूटी जिवें आपां करदे हां, हुण कैनेडा दे अंदर आपां नाइट शिफ्ट करदे हां ना कई, ते वो सैन नाई जी भी नाइट शिफ्ट करदे सीगे। राती राणे नूं रजाउण जांदे सी, मुट्ठी चापी करनी, उहदी मालिश करनी, नखून कट्टने, उहदी सेवा करनी। आए संत पराहुणे कीर्तन होआ रैन सबाई। आखना करो जी सतनाम। सच्चे पातशाह महाराज जी दे दर दे उत्ते उन्हां दे घर दे अंदर आए संत पराहुणे कीर्तन होआ रैन सबाई। संत आ गए घर ते राती कीर्तन शुरू करता संतां ने। छाड़ न सकै संत जन राज द्वार न सेव कमाई। हुण संतां नूं छड्डना ही नहीं, बिरती जुड़ गई नाम दे नाल, जी नहीं कर रहा उठण दा। कई वारी कथा कीर्तन च साडा भी मन जुड़ जांदा है, कोई जरूरी काम हुंदा ही कहंदे चल कर लांगे, संगत तां रोज रोज नहीं मिलनी परमात्मा दी, ते उन्हां दा भी मन जुड़ गया। ते ओ राती राणे नूं रिझाउण नहीं गए, रिझाउण मतलब ड्यूटी ते नहीं गए। सैन रूप हर जाए कै आया राणे नूरी। हुण भगत तेरे मन भावदे दर सोहन कीरत गावदे। तैनू भगत बहुत चंगे लगते ने परमात्मा, क्यों? क्योंकि वो तेरी कीर्ति गाउंदे ने। हर जुग जुग भगत पाया पैज रखदा आया राम राजे। वो भगतां दी पैज रखदा है, धुर तो ही रखदा आ रहा। हुण मेरे भगत दे उत्ते कोई सवेरे गल ना आ जावे, मेरे भगत नूं किते राणा कोई सजा ना सुना देवे, परमात्मा सैन नाई दा रूप धार के राती राणे नूं रिझाउण चल पए। साध जनानो विदा कर राज द्वार गया शरमाई। उधर परमात्मा ने सेवा कर दिती राजे दी, इधरों अमृत वेला हो गया ते इन्हां ने कहा ओहो मैं तो सेवा ते नहीं पहुंचिया। भाई गुरदास जी दी बाणी है, खालसा जी है, भाई गुरदास जी दी 10वीं वार दा शब्द चल रहा है ते भाई गुरदास जी लिख रहे ने राती राणे नूं रजाउण नहीं गए ते सवेरे जदों अमृत वेले तो बाद राजे तो माफी मंगण लई शर्माउंदे सैन नाई जी जा रहे ने। राणे दूर हों सद कै गल हों कवाई खुल है पैनाई। अगों की होया? राजे ने देखा जदों सैन नाई आ रहा राती सेवा करके, क्योंकि परमात्मा स्वरूप धार के उन्हां दा सेवा कीती सी, उन्हें गले तो अपनी पोशाक ला लई, सरोपा ला लिया, 9 लखा हार ला लिया। वस कीता हो तुद अज बोले राज सुनै लुकाई। ते पोशाक 9 लखा हार दुशाला पा के कहंदा तू इन्नी सेवा कीती, मैं तेरे वस हो गया, मेरे शरीर दे सारे दर्द दूर हो गए। खालसा जी, एक बंदे ने सेवा करनी,
ਇੱਕ ਪਰਮਾਤਮਾ ਨੇ ਆ ਕੇ ਮੁੱਠੀ ਚਾਂਪੀ ਕਰਕੇ ਸਾਰੇ ਦੁੱਖ ਦਰਦ ਦੂਰ ਕਰ ਦਿੱਤੇ। ਰਾਣਾ ਇੰਨਾ ਖੁਸ਼ ਹੋਇਆ, ਰਾਜਾ ਇੰਨਾ ਖੁਸ਼ ਹੋਇਆ, ਉਹਨੂੰ ਉੱਚਾ ਅਹੁਦਾ ਵੀ ਦਿੱਤਾ, ਧਨ ਵੀ ਦਿੱਤਾ ਤੇ ਸਨਮਾਨ ਵੀ ਕੀਤਾ। ਹਰਗਟ ਕਰੈ ਭਗਤ ਵਡਿਆਈ। ਉਧਰ ਸੈਣ ਨਾਈ ਜੀ ਹਿਰਦੇ ਸੋਚਦੇ ਨੇ ਵੀ ਮੈਂ ਤਾਂ ਰਾਤੀ ਆਇਆ ਨਹੀਂ, ਪ੍ਰਗਟ ਕਰ ਦਿੱਤੀ ਆਪਣੇ ਭਗਤ ਦੀ ਵਡਿਆਈ। ਬਈ ਸੈਣ ਦਾ ਰੂਪ ਧਾਰ ਕੇ ਪਰਮਾਤਮਾ ਆਪ ਭਗਤਾਂ ਦੀ ਪੈਜ ਰੱਖਣ ਆ ਗਿਆ ਤੇ ਰਾਣੇ ਦੀ ਸੇਵਾ ਕੀਤੀ। ਰਾਣੇ ਦੀ ਸੇਵਾ ਕਰਨ ਤੋਂ ਬਾਅਦ ਪੈਜ ਰੱਖੀ ਤੇ ਪ੍ਰਗਟ ਕਰ ਦਿੱਤੀ ਭਗਤਾਂ ਦੀ ਵਡਿਆਈ। ਪਰਮਾਤਮਾ ਇਹ ਥੋੜੀ ਹੈ ਬਈ ਕੀ ਧਰੂਪ ਭਗਤ ਦੀ ਰੱਖਿਆ ਕਰਦਾ ਸੀ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਦੇ ਨਾਲ ਸੀਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਵੀ ਨੇ ਸਾਡੇ ਵਿੱਚ ਹੀ, ਸੰਗਤ ਦੇ ਅੰਦਰ ਬੈਠੇ ਨੇ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਸ ਸੰਗਤ ਦੇ ਅੰਦਰ ਹੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਾਸ ਹੈ। ਸਾਨੂੰ ਸ਼ਰਧਾ ਚਾਹੀਦੀ ਗੁਰੂ ਨੂੰ ਪਿਆਰ ਨਾਲ ਬੁਲਾਉਣ ਦੀ, ਗੁਰੂ ਨੂੰ ਅਰਦਾਸ ਕਰਨ ਦੀ। ਤੋ ਪ੍ਰਗਟ ਕਰ ਦਿੱਤੀ ਭਗਤ ਦੀ ਵਡਿਆਈ ਸੱਚੇ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਨੇ। ਰਾਣੇ ਕੋ ਇਸ ਰੀਤ ਰਿਝਾਇਓ। ਇਸ ਪ੍ਰਕਾਰ ਰਾਣੇ ਨੂੰ ਰਿਝਾ ਲਿਆ ਮਹਾਰਾਜ ਨੇ। ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਵੀ ਰਾਣੇ ਦੀ ਬਿਰਤੀ ਬਦਲ ਦਿੱਤੀ ਤੇ ਧਿੰਗਾ ਨਾਈ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ, ਧਿੰਗਾ ਜਿਹੜਾ ਨਾਈ ਸੀਗਾ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਉਹ ਵੀ ਤਾਂ ਤੁਹਾਡੀ ਕੁਲ ਚ ਹੋਏ ਨੇ, ਸੈਣ ਨਾਈ ਜੀ। ਦੇਖੋ ਉਹਨਾਂ ਨੇ ਕਿੰਨੀ ਸੇਵਾ ਕੀਤੀ। ਪਰਮਾਤਮਾ ਨੇ ਉਹਨਾਂ ਦਾ ਰੂਪ ਧਾਰ ਕੇ ਰਾਜੇ ਨੂੰ ਰਿਝਾ ਲਿਆ। ਬਖਸ਼ੀ ਤਬ ਕਵਾਏ ਹੁਲਸਾਇਓ। ਇਸ ਪ੍ਰਕਾਰ ਉਹਨਾਂ ਨੂੰ ਬੜੀ ਬਖਸ਼ਿਸ਼ਾਂ ਮਿਲੀਆਂ ਨੇ। ਤਿਸ ਕੇ ਸਮ ਸੰਤਨ ਕੀ ਸੇਵਾ। ਐਸੀ ਪ੍ਰਕਾਰ ਜਿਹੜਾ ਵੀ ਵਿਅਕਤੀ ਸੰਤਾਂ ਦੀ ਸੇਵਾ ਕਰਦਾ ਹੈ ਕਰਹੁ ਸਦਾ ਰੀਝਹਿ ਗੁਰਦੇਵਾ। ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਉਹਦੇ ਤੇ ਖੁਸ਼ ਹੁੰਦੇ ਨੇ। ਜਿਹੜਾ ਸੰਤਾਂ ਦੀ ਸੇਵਾ ਕਰਦਾ ਹੈ ਉਸ ਤੇ ਵਾਹਿਗੁਰੂ ਅਕਾਲ ਪੁਰਖ ਖੁਸ਼ ਹੁੰਦੇ ਨੇ। ਸੁਨ ਉਪਦੇਸ਼ ਕਮਾਵਨ ਕੀਨ। ਉਸ ਧਿੰਗਾ ਨਾਈ ਜੀ ਨੇ ਇਹ ਉਪਦੇਸ਼ ਗੁਰੂ ਅੰਗਦ ਦੇਵ ਜੀ ਦਾ ਕਮਾਇਆ ਬਈ ਸੰਗਤ ਦੀ ਸੇਵਾ ਕਰਨੀ, ਸੰਤਾਂ ਦੀ ਸੇਵਾ ਕਰਨੇ ਨੂੰ ਆਪਣੇ ਜੀਵਨ ਦਾ ਮੂਲ ਆਧਾਰ ਬਣਾ ਲਿਆ। ਧਰਿਓ ਪ੍ਰੇਮ ਸਿੱਖੀ ਪਦ ਲੀਨ। ਬਹੁਤ ਪ੍ਰੇਮ ਕੀਤਾ, ਸਿੱਖੀ ਮਾਰਗ ਦੇ ਉੱਤੇ ਕਮਾਈ ਕੀਤੀ। ਅੰਮ੍ਰਿਤ ਵੇਲੇ ਜਾਗ ਕੇ ਗੁਰ ਸ਼ਬਦ ਦੇ ਅੰਦਰ ਬਿਰਤੀ ਜੋੜ ਕੇ ਗੁਰੂ ਦੀ ਬਾਣੀ ਪੜ੍ਹਨੀ, ਸੰਗਤ ਦੇ 2 ਵੇਲੇ ਦੀਵਾਨਾਂ ਦੀ ਹਾਜ਼ਰੀ ਭਰਨੀ ਅਤੇ ਸੰਗਤਾਂ ਦਾ, ਸੰਤਾਂ ਭਗਤਾਂ ਦਾ, ਗੁਰੂ ਕੇ ਲੰਗਰਾਂ ਦੀ ਸੇਵਾ, ਇਹਨਾਂ ਸਾਰਿਆਂ ਦੇ ਅੰਦਰ ਆਪਣੀ ਪ੍ਰੀਤ ਜੋੜੀ। ਸਭ ਕੁਟੰਬ ਕੋ ਭਇਓ ਉਧਾਰ। ਤੇ ਸਾਰੇ ਹੀ ਪਰਿਵਾਰ ਦਾ ਉਧਾਰ ਕਰ ਲਿੱਤਾ। ਕਿਉਂਕਿ ਜਿਹੜਾ ਭਗਤੀ ਕਰਦਾ ਉਹਨਾਂ ਦੀਆਂ 21 ਕੁਲਾਂ ਤਰ ਜਾਂਦੀਆਂ, 7 ਸਹੁਰਿਆਂ ਦੀਆਂ, 7 ਦਾਦਕੇ ਤੇ 7 ਨਾਨਕੇ। ਜਿਹੜਾ ਭਗਤੀ ਕਰਦਾ ਉਹਦੀਆਂ 21 ਕੁਲਾਂ ਪ੍ਰਮਾਤਮਾ ਤਾਰ ਦਿੰਦਾ ਹੈ। ਜਿਮ ਕਾਸ਼ਟ ਸੇ ਲੋਹੋ ਪਾਰ। ਜਿਸ ਤਰ੍ਹਾਂ ਬੜਾ ਭਾਰੀ ਲੋਹਾ ਹੋਵੇ, ਉਹ ਅਸੀਂ ਸ਼ਿਪ ਕਰਨਾ ਹੋਵੇ, ਮੰਨ ਲਓ ਕੈਨੇਡਾ ਤੋਂ US ਭੇਜਣਾ ਹੈ ਜਹਾਜ਼ ਦੇ ਰਾਹੀਂ, ਸ਼ਿਪ ਦੇ ਰਾਹੀਂ, ਸਮੁੰਦਰੀ ਜਹਾਜ਼ ਦੇ ਰਾਹੀਂ ਲੋਹਾ ਭੇਜਣਾ, ਕਿਸ ਤਰ੍ਹਾਂ ਭੇਜਾਂਗੇ? ਵੁਡਨ ਸ਼ਿਪ ਦੇ ਉੱਤੇ ਅਸੀਂ ਸਾਰਾ ਲੋਹਾ ਭੇਜ ਸਕਦੇ ਹਾਂ। ਜੇ ਅਸੀਂ ਲੋਹੇ ਨੂੰ ਪਾਰ ਕਰਾਣਾ ਸਮੁੰਦਰ ਦੇ ਅੰਦਰੋਂ, ਲੱਕੜ ਦੀ ਲੋੜ ਹੈ। ਉਸੀ ਪ੍ਰਕਾਰ ਜੇ ਅਸੀਂ ਇਸ ਭਵ ਸਾਗਰ ਸੰਸਾਰ ਰੂਪੀ ਸਾਗਰ ਤੋਂ ਪਾਰ ਉਤਰਨਾ ਹੈ, ਸਾਨੂੰ ਵਾਹਿਗੁਰੂ ਸ਼ਬਦ ਦੀ ਲੋੜ ਹੈ। ਜਿਹੜਾ ਵਾਹਿਗੁਰੂ ਸ਼ਬਦ ਰੂਪੀ ਲੱਕੜ ਦੇ ਉੱਤੇ ਚੜ ਜਾਵੇਗਾ, ਉਹ ਸੰਸਾਰ ਰੂਪੀ ਭਵ ਸਾਗਰ ਤੋਂ ਸੁਖੈਨ ਹੀ ਤਰ ਜਾਵੇਗਾ। ਆਰੋ ਜੁਲਕਾ ਨਾਮ ਸੋ ਆਇਓ। ਸੋ ਖਾਲਸਾ ਜੀ ਇੱਥੇ ਭਾਈ ਧਿੰਗਾ ਨਾਈ ਜੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ। ਇਹ ਸਾਖੀ ਇੱਥੇ ਸੰਪੂਰਨ ਹੋਈ ਹੈ। ਕੱਲ ਮਹਾਰਾਜ ਪਾਰੋ ਜੁਲਕਾ ਜੀ ਨੂੰ ਉਪਦੇਸ਼ ਦੇਣਗੇ। ਉਹ ਕਥਾ ਕੱਲ ਵੀ ਵੀਕਐਂਡ ਦੇ ਦੀਵਾਨਾਂ ਦੇ ਅੰਦਰ ਸ਼ਾਮੀ 6:30 ਤੋਂ 7 ਵਜੇ ਸਰਵਣ ਕਰਕੇ ਆਪ ਸੰਗਤ ਆਪਣਾ ਜੀਵਨ ਸਫਲਾ ਕਰੋ ਜੀ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਹੇ
ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣਨਾਥ ਨਾ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗੰਮ ਪੂਰਨ ਮੋਹਿ ਮੈਂ ਧਾਰ ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।